ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਤੁਹਾਡੇ ਨਾਲ ਸਿੱਖ ਕੌਮ ਦੇ ਇੱਕ ਐਸੇ ਹੀਰੇ ਇੱਕ ਯੋਧੇ ਬਾਰੇ ਗੱਲ ਕਰਨ ਜਾ ਰਹੇ ਹਾਂ ਜਿਸ ਦਾ ਲੋਹਾ ਅੱਜ ਵੀ ਦੁਨੀਆ ਮੰਨਦੀ ਹੈ ਤੇ ਅਫਗਾਨੇ ਅੱਜ ਵੀ ਉਹਨਾਂ ਦਾ ਨਾਮ ਸੁਣ ਕੇ ਥਰ-ਥਰ ਕੰਬਦੇ ਨੇ, ਜਿਨ੍ਹਾਂ ਦਾ ਨਾਮ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਨਾਲ ਲਿਖਿਆ ਗਿਆ ਹੈ ਤੇ ਰਹਿੰਦੀ ਦੁਨੀਆ ਤੱਕ ਉਹਨਾਂ ਦਾ ਨਾਮ ਅਮਰ ਰਹੇਗਾ। ਉਹ ਸਨ ਸਿੱਖ ਕੌਮ ਦੇ ਹੀਰੇ ਯੋਧੇ ਜਰਨੈਲ ਹਰੀ ਸਿੰਘ ਨਲੂਆ ਜੀ, ਜਿਨ੍ਹਾਂ ਦਾ ਜਨਮ 1891 ਵਿੱਚ ਗੁਜਰਾਂਵਾਲਾ ਜੋ ਕਿ ਅੱਜ ਦੇ ਸਮੇਂ ਵਿੱਚ ਪਾਕਿਸਤਾਨ ਵਿੱਚ ਹੈ, ਸਰਦਾਰ ਗੁਰਦਿਆਲ ਸਿੰਘ ਜੀ ਦੇ ਘਰ ਅਤੇ ਮਾਤਾ ਧਰਮ ਕੌਰ ਜੀ ਦੀ ਕੁੱਖੋਂ ਹੋਇਆ ਅਤੇ ਇਹਨਾਂ ਦੇ ਦਾਦਾ ਜੀ ਸਰਦਾਰ ਬਿਸ਼ਨ ਸਿੰਘ ਜੀ ਜੋ ਕਿ ਅਹਿਮਦ ਸ਼ਾਹ ਅਬਦਾਲੀ ਨਾਲ ਲੜਦੇ ਲੜਦੇ ਸ਼ਹੀਦ ਹੋ ਗਏ ਸਨ। ਹਰੀ ਸਿੰਘ ਜੀ ਦਾ ਜਨਮ ਇੱਕ ਯੋਧਿਆਂ ਦੇ ਪਰਿਵਾਰ ਵਿੱਚ ਹੀ ਹੋਇਆ ਸੀ। ਹਰੀ ਸਿੰਘ ਜੀ ਨੇ ਆਪਣੀ ਜ਼ਿੰਦਗੀ ਵਿੱਚ ਕੁਝ ਐਸੇ ਕੰਮ ਕੀਤੇ ਨੇ ਜਿਨ੍ਹਾਂ ਦੇ ਕਰਕੇ ਇਹਨਾਂ ਦਾ ਨਾਮ ਰਹਿੰਦੀ ਦੁਨੀਆ ਤੱਕ ਅਮਰ ਰਹੇਗਾ। ਜਦੋਂ ਹਰੀ ਸਿੰਘ ਨਲੂਆ ਜੀ ਸਿਰਫ 7 ਸਾਲ ਦੇ ਸਨ ਤਾਂ ਉਦੋਂ ਹੀ ਇਹਨਾਂ ਦੇ ਪਿਤਾ ਜੀ ਦਾ ਦੇਹਾਂਤ ਹੋ ਗਿਆ ਅਤੇ ਉਸ ਤੋਂ ਬਾਅਦ ਹਰੀ ਸਿੰਘ ਜੀ ਆਪਣੀ ਮਾਤਾ ਜੀ ਦੇ ਨਾਲ ਆਪਣੇ ਨਾਨਕੇ ਰਹਿਣ ਚਲੇ ਗਏ ਅਤੇ ਉੱਥੇ ਰਹਿ ਕੇ ਹਰੀ ਸਿੰਘ ਨਲੂਆ ਜੀ ਨੇ ਪੰਜਾਬੀ, ਫਾਰਸੀ ਅਤੇ ਕੁਝ ਹੋਰ ਭਾਸ਼ਾ ਵੀ ਸਿੱਖੀਆਂ ਅਤੇ ਨਾਲ ਦੇ ਨਾਲ ਘੋੜਸਵਾਰੀ, ਤੀਰਅੰਦਾਜ਼ੀ ਅਤੇ ਤਲਵਾਰਬਾਜ਼ੀ ਵਿੱਚ ਮਹਾਰਤ ਹਾਸਲ ਕੀਤੀ। ਮਹਾਰਾਜਾ ਰਣਜੀਤ ਸਿੰਘ ਜੀ ਹਰ ਬਸੰਤ ਪੰਚਮੀ 'ਤੇ ਖਾਸ ਦਰਬਾਰ ਲਾਇਆ ਕਰਦੇ ਸੀ ਜਿੱਥੇ ਨਵੇਂ ਨੌਜਵਾਨ ਘੋੜਸਵਾਰੀ ਅਤੇ ਤਲਵਾਰਬਾਜ਼ੀ ਦੇ ਜੋਹਰ ਦਿਖਾਇਆ ਕਰਦੇ ਸੀ। ਜਦੋਂ ਹਰੀ ਸਿੰਘ ਨਲੂਆ ਜੀ ਮਹਿਜ 15 ਸਾਲ ਦੇ ਸਨ ਉਹਨਾਂ ਨੇ ਵੀ ਇਸ ਦਰਬਾਰ ਵਿੱਚ ਹਿੱਸਾ ਲਿਆ ਅਤੇ ਹਰੀ ਸਿੰਘ ਨਲੂਆ ਜੀ ਨੇ ਉੱਥੇ ਘੋੜਸਵਾਰੀ ਅਤੇ ਤਲਵਾਰ ਨੂੰ ਵੱਖਰੇ ਢੰਗ ਨਾਲ ਚਲਾਉਣ ਦੇ ਜੋਹਰ ਦਿਖਾਏ। ਇਹ ਦੇਖ ਕੇ ਮਹਾਰਾਜਾ ਰਣਜੀਤ ਸਿੰਘ ਜੀ ਬਹੁਤ ਹੀ ਜ਼ਿਆਦਾ ਪ੍ਰਸੰਨ ਹੋਏ ਅਤੇ ਉਹਨਾਂ ਨੇ ਹਰੀ ਸਿੰਘ ਨਲੂਆ ਜੀ ਨੂੰ ਆਪਣੇ ਕੋਲ ਬੁਲਾਇਆ ਅਤੇ ਉਹਨਾਂ ਦੇ ਗਲ ਵਿੱਚ ਸੋਨੇ ਦਾ ਕੈਂਠਾ ਪਾਇਆ ਅਤੇ ਉਹਨਾਂ ਨੂੰ ਆਪਣੀ ਫੌਜ ਵਿੱਚ ਸ਼ਾਮਲ ਕਰ ਲਿਆ। ਹੁਣ ਅਸੀਂ ਉਸ ਮਸ਼ਹੂਰ ਕਿੱਸੇ ਬਾਰੇ ਗੱਲ ਕਰਾਂਗੇ ਜਿਸ ਦੇ ਕਰਕੇ ਹਰੀ ਸਿੰਘ ਜੀ ਨੂੰ ਹਰੀ ਸਿੰਘ ਨਲੂਆ ਕਿਹਾ ਜਾਂਦਾ ਹੈ। ਹਰੀ ਸਿੰਘ ਜੀ ਅਤੇ ਮਹਾਰਾਜਾ ਰਣਜੀਤ ਸਿੰਘ ਜੀ ਜੰਗਲ ਵਿੱਚ ਗਏ ਸਨ ਅਤੇ ਅਚਾਨਕ ਹੀ ਇੱਕ ਸ਼ੇਰ ਨੇ ਹਰੀ ਸਿੰਘ ਜੀ ਉੱਤੇ ਹਮਲਾ ਕਰ ਦਿੱਤਾ ਅਤੇ ਉਹਨਾਂ ਦੇ ਘੋੜੇ ਨੂੰ ਮਾਰ ਗਿਰਾਇਆ। ਇਹ ਸਭ ਇੰਨੀ ਜਲਦੀ ਵਿੱਚ ਹੋਇਆ ਕਿ ਹਰੀ ਸਿੰਘ ਜੀ ਨੂੰ ਆਪਣੀ ਤਲਵਾਰ ਕੱਢਣ ਦਾ ਵੀ ਮੌਕਾ ਨਾ ਮਿਲਿਆ, ਪਰ ਨਿਹੱਥੇ ਹੁੰਦੇ ਹੋਏ ਵੀ ਉਹ ਮਹਾਨ ਯੋਧਾ ਸ਼ੇਰ ਦੇ ਸਾਹਮਣੇ ਇਸ ਤਰ੍ਹਾਂ ਖੜਾ ਹੋ ਗਿਆ ਜਿਵੇਂ ਉਸ ਨੂੰ ਪਤਾ ਹੀ ਨਾ ਹੋਵੇ ਕਿ ਡਰ ਕਿਸ ਚੀਜ਼ ਦਾ ਨਾਮ। ਅਤੇ ਉਸ ਸਮੇਂ ਹਰੀ ਸਿੰਘ ਜੀ ਨੇ ਆਪਣੇ ਗਾਤਰੇ ਦੀ ਕਿਰਪਾਨ ਨਾਲ ਹੀ ਉਸ ਸ਼ੇਰ ਦਾ ਖਾਤਮਾ ਕਰ ਦਿੱਤਾ ਅਤੇ ਆਪਣੇ ਹੱਥਾਂ ਨਾਲ ਸ਼ੇਰ ਦਾ ਜਵਾੜਾ ਪਾੜ ਦਿੱਤਾ। ਆਪਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਸ਼ੇਰ ਦੇ ਜਵਾੜੇ ਦੀ ਤਾਕਤ 1100 PSI ਤੱਕ ਹੁੰਦੀ ਆ। ਉਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਉਹਨਾਂ ਦੀਆਂ ਬਾਹਾਂ ਵਿੱਚ ਕਿੰਨੀ ਜਾਨ ਹੋਵੇਗੀ। ਇਹ ਸਾਰਾ ਦ੍ਰਿਸ਼ ਦੇਖ ਕੇ ਮਹਾਰਾਜਾ ਰਣਜੀਤ ਸਿੰਘ ਜੀ ਬਹੁਤ ਹੀ ਜ਼ਿਆਦਾ ਪ੍ਰਸੰਨ ਹੋਏ। ਉਹਨਾਂ ਨੇ ਹਰੀ ਸਿੰਘ ਨਲੂਆ ਜੀ ਨੂੰ ਆਪਣੇ ਗਲ ਲਾ ਲਿਆ ਅਤੇ ਉਹਨਾਂ ਨੂੰ ਕਿਹਾ ਕਿ ਤੂੰ ਮੇਰਾ ਰਾਜਾ ਨਲ ਹੈ। ਅਤੇ ਰਾਜਾ ਨਲ ਵੀ ਆਪਣੇ ਹੱਥਾਂ ਨਾਲ ਸ਼ੇਰਾਂ ਦਾ ਸ਼ਿਕਾਰ ਕਰਿਆ ਕਰਦਾ ਸੀ, ਜਿਨ੍ਹਾਂ ਦਾ ਮਹਾਰਾਜਾ ਰਣਜੀਤ ਸਿੰਘ ਜੀ ਦੇ ਦਿਲ ਵਿੱਚ ਬਹੁਤ ਹੀ ਚੰਗਾ ਅਕਸ ਸੀ। ਅਤੇ ਉਸ ਦਿਨ ਤੋਂ ਬਾਅਦ ਹੀ ਹਰੀ ਸਿੰਘ ਜੀ ਦੇ ਨਾਮ ਵਿੱਚ ਹਰੀ ਸਿੰਘ ਨਲੂਆ ਸ਼ਬਦ ਵੀ ਲੱਗ ਗਿਆ ਅਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਉਹਨਾਂ ਨੂੰ ਜਗੀਰ ਵੀ ਬਖਸ਼ੀ। ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਨੇ ਕਸੂਰ ਨੂੰ ਫਤਿਹ ਕੀਤਾ ਅਤੇ ਜਿਸ ਵਿੱਚ ਹਰੀ ਸਿੰਘ ਨਲੂਆ ਜੀ ਦੀ ਬਹੁਤ ਹੀ ਅਹਿਮ ਭੂਮਿਕਾ ਸੀ। ਉਦੋਂ ਹਰੀ ਸਿੰਘ ਨਲੂਆ ਜੀ ਮਹਿਜ 15.5 ਸਾਲ ਦੀ ਉਮਰ ਦੇ ਮਾਲਕ ਸਨ। ਇਸ ਤੋਂ ਬਾਅਦ ਹਰੀ ਸਿੰਘ ਨਲੂਆ ਜੀ ਨੇ ਮੁਲਤਾਨ ਦੀ ਲੜਾਈ ਲੜੀ ਅਤੇ ਜਿਸ ਲੜਾਈ ਵਿੱਚ ਹਰੀ ਸਿੰਘ ਜੀ ਬਹੁਤ ਹੀ ਜ਼ਿਆਦਾ ਜ਼ਖਮੀ ਹੋ ਗਏ ਸਨ। ਜਦੋਂ ਇਸ ਗੱਲ ਦਾ ਪਤਾ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਲੱਗਿਆ, ਉਹਨਾਂ ਨੇ ਜਾ ਕੇ ਮੁਲਤਾਨ ਨੂੰ ਫਤਿਹ ਕਰ ਲਿਆ ਅਤੇ ਸਿੱਖ ਰਾਜ ਵਿੱਚ ਵਾਧਾ ਕੀਤਾ। ਪਰ ਇਸ ਲੜਾਈ ਤੋਂ ਬਾਅਦ ਹਰੀ ਸਿੰਘ ਨਲੂਆ ਜੀ ਨੂੰ ਠੀਕ ਹੁੰਦੇ ਹੁੰਦੇ 6 ਮਹੀਨੇ ਦਾ ਸਮਾਂ ਲੱਗ ਗਿਆ ਸੀ ਅਤੇ ਜਦੋਂ ਹਰੀ ਸਿੰਘ ਨਲੂਆ ਜੀ ਠੀਕ ਹੋ ਕੇ ਵਾਪਸ ਦਰਬਾਰ ਵਿੱਚ ਆਏ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਉਹਨਾਂ ਨੂੰ ਜਗੀਰ ਬਖਸ਼ੀ ਅਤੇ ਉਹਨਾਂ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਕੌਮ ਦੇ ਇਸ ਮਹਾਨ ਜਰਨੈਲ ਨੇ ਬਹੁਤ ਸਾਰੇ ਹੋਰ ਵੀ ਥਾਂ ਜਿੱਤੇ ਅਤੇ ਜਿੱਤਦੇ ਜੰਮੂ ਅਤੇ ਕਸ਼ਮੀਰ ਨੂੰ ਵੀ ਆਪਣੇ ਰਾਜ ਵਿੱਚ ਸ਼ਾਮਲ ਕਰ ਲਿਆ। ਹੁਣ ਆਪਾਂ ਤੁਹਾਡੇ ਨਾਲ ਪੰਡਤਾਂ ਦੀ ਧੀ ਬੀਬੀ ਹਰਸ਼ਰਨ ਕੌਰ ਜੀ ਦੀ ਘਟਨਾ ਸਾਂਝੀ ਕਰਾਂਗੇ। ਇਹ ਉਸ ਸਮੇਂ ਦੀ ਗੱਲ ਹੈ ਜਦੋਂ ਹਰੀ ਸਿੰਘ ਨਲੂਆ ਜੀ ਨੇ ਮੇਚਣੀ ਦਾ ਇਲਾਕਾ ਫਤਿਹ ਕੀਤਾ ਅਤੇ ਉੱਥੇ ਕਿਲ੍ਹੇ ਦਾ ਨਿਰਮਾਣ ਕਰਵਾਇਆ ਸੀ। ਉਸ ਸਮੇਂ ਹਰੀ ਸਿੰਘ ਨਲੂਆ ਜੀ ਆਪਣਾ ਦਰਬਾਰ ਲਗਾ ਕੇ ਬੈਠੇ ਹੋਏ ਸਨ ਤਾਂ ਇੱਕ ਪੰਡਤ ਉਹਨਾਂ ਦੇ ਕੋਲ ਆਇਆ ਦਰਬਾਰ ਵਿੱਚ। ਤਾਂ ਉਸਨੇ ਹਰੀ ਸਿੰਘ ਨਲੂਆ ਜੀ ਨੂੰ ਗੁਜ਼ਾਰਿਸ਼ ਕੀਤੀ ਕਿ ਮਹਾਰਾਜ, ਕੁਝ ਕੁ ਪਠਾਨ ਸਾਡੀ ਬੱਚੀ ਨੂੰ ਡੋਲੀ ਟੁੱਟ ਕੇ ਲੈ ਗਏ ਸਨ ਅਤੇ ਉਹਨਾਂ ਨੇ ਬੱਚੀ ਨੂੰ ਮੇਚਣੀ ਦੇ ਖਾਂ ਦੇ ਹਵਾਲੇ ਕਰ ਦਿੱਤਾ ਹੈ। ਅਤੇ ਪੰਡਤ ਨੇ ਦੱਸਿਆ ਕਿ ਉਸ ਮੇਚਣੀ ਦੇ ਖਾਂ ਨੇ ਅੱਗੇ ਵੀ ਬਹੁਤ ਸਾਰੀਆਂ ਡੋਲੀਆਂ ਲੁੱਟੀਆਂ ਸਨ ਅਤੇ ਕੋਈ ਵੀ ਬੱਚੀ ਅੱਜ ਤੱਕ ਉਸ ਤੋਂ ਵਾਪਸ ਨਹੀਂ ਆਈ। ਉਹ ਬੱਚੀਆਂ ਦੀ ਇੱਜ਼ਤ ਲੁੱਟ ਕੇ ਅਤੇ ਫਿਰ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੰਦਾ ਹੈ। ਹਰੀ ਸਿੰਘ ਨਲੂਆ ਜੀ ਨੇ ਪੁੱਛਿਆ ਕਿ ਕਿੰਨੇ ਪਠਾਨ ਸਨ। ਫਿਰ ਉਸ ਪੰਡਤ ਨੇ ਜਵਾਬ ਦਿੱਤਾ ਕਿ ਮਹਾਰਾਜ 5 ਪਠਾਨ ਸਨ, ਉਹਨਾਂ ਕੋਲ ਬਹੁਤ ਸਾਰੇ ਸ਼ਸਤਰ ਸਨ। ਫਿਰ ਹਰੀ ਸਿੰਘ ਨਲੂਆ ਜੀ ਨੇ ਪੁੱਛਿਆ ਤੁਸੀਂ ਕਿੰਨੇ ਸਨ। ਉਸ ਪੰਡਤ ਨੇ ਜਵਾਬ ਦਿੱਤਾ ਕਿ ਮਹਾਰਾਜ ਬਰਾਤ ਵਿੱਚ 40-50 ਬੰਦੇ ਸਨ।
ਤਾਂ ਫਿਰ ਹਰੀ ਸਿੰਘ ਨਲੂਆ ਜੀ ਥੋੜ੍ਹੇ ਜਿਹੇ ਮੁਸਕਰਾਏ। ਉਹਨਾਂ ਨੇ ਕਿਹਾ, ਫਿਰ ਤੁਹਾਡਾ ਇਹੀ ਹਾਲ ਹੋਣਾ ਹੈ। ਮਤਲਬ ਕਿ ਜਦ ਤੁਹਾਡੇ 40-50 ਬੰਦਿਆਂ ਦੇ ਹੁੰਦੇ ਹੋਏ 5 ਪਠਾਨ ਤੁਹਾਡੇ ਘਰ ਦੀ ਇੱਜ਼ਤ ਨੂੰ ਲੁੱਟ ਕੇ ਲੈ ਗਏ ਤਾਂ ਫਿਰ ਤੁਹਾਡਾ ਇਹੀ ਹਾਲ ਹੋਣਾ ਹੈ। ਫਿਰ ਇਸ ਤੋਂ ਬਾਅਦ ਹਰੀ ਸਿੰਘ ਨਲੂਆ ਜੀ ਨੇ ਮੇਚਣੀ ਦੇ ਖਾਂ ਦੇ ਇਲਾਕੇ 'ਤੇ ਚੜ੍ਹਾਈ ਕੀਤੀ ਅਤੇ ਉਸ ਬੱਚੀ ਨੂੰ ਸਹੀ ਸਲਾਮਤ ਲਿਆ ਕੇ ਪੰਡਤਾਂ ਦੇ ਹਵਾਲੇ ਕਰ ਦਿੱਤਾ। ਲੇਕਿਨ ਉਸ ਸਮੇਂ ਕੁੜੀ ਦੇ ਸਾਰੇ ਪਰਿਵਾਰਕ ਮੈਂਬਰ ਇੱਕ ਦੂਜੇ ਦੇ ਮੂੰਹ ਵੱਲ ਦੇਖਣ ਲੱਗੇ, ਕਿਉਂਕਿ ਵਿਚਲੀ ਗੱਲ ਇਹ ਸੀ ਕਿ ਉਹ ਬੱਚੀ ਇੱਕ ਦਿਨ ਪਠਾਨ ਦੇ ਘਰ ਰਹਿ ਆਈ ਹੈ। ਇਹ ਉਸ ਸਮੇਂ ਦੇ ਹਿਸਾਬ ਨਾਲ ਬਹੁਤ ਹੀ ਜ਼ਿਆਦਾ ਵੱਡੀ ਗੱਲ ਸੀ ਅਤੇ ਸਾਰਿਆਂ ਦੀ ਚੁੱਪ ਨੂੰ ਦੇਖਦੇ ਹੋਏ ਬੱਚੀ ਨੇ ਆਪਣਾ ਫੈਸਲਾ ਸੁਣਾਇਆ। ਜੋ ਸਿੱਖਾਂ ਦੇ ਮਹਾਨ ਜਰਨੈਲਾ, ਜਦੋਂ 5 ਪਠਾਨਾਂ ਨੇ ਮੇਰੀ ਡੋਲੀ ਲੁੱਟੀ, ਉਸ ਸਮੇਂ ਮੈਂ ਕਿਸੇ ਦੀ ਪਤਨੀ ਅਤੇ ਕਿਸੇ ਦੀ ਬੇਟੀ ਸੀ ਅਤੇ ਇਹਨਾਂ ਕੋਲੋਂ ਮੇਰੀ ਰੱਖਿਆ ਉਦੋਂ ਵੀ ਨਹੀਂ ਹੋਈ ਅਤੇ ਨਾ ਹੀ ਹੁਣ ਹੋਣੀ ਹੈ। ਅਤੇ ਫਿਰ ਹਰੀ ਸਿੰਘ ਨਲੂਆ ਜੀ ਨੇ ਉਸ ਬੱਚੀ ਦੇ ਸਿਰ 'ਤੇ ਹੱਥ ਰੱਖਿਆ ਅਤੇ ਉਸ ਬੱਚੀ ਨੂੰ ਘਰ ਜਾਣ ਨੂੰ ਕਿਹਾ। ਪਰ ਉਸ ਬੱਚੀ ਨੇ ਫਿਰ ਜਵਾਬ ਦਿੱਤਾ ਕਿ ਸਿੱਖਾਂ ਦੇ ਜਰਨੈਲਾ, ਜੇ ਹੁਣ ਪਠਾਨ ਫਿਰ ਦੁਬਾਰਾ ਡੋਲੀ ਲੁੱਟ ਕੇ ਲੈ ਗਏ ਤਾਂ ਲੋਕਾਂ ਨੇ ਕਹਿਣਾ ਕਿ ਹਰੀ ਸਿੰਘ ਨਲੂਏ ਦੀ ਭੈਣ ਨੂੰ ਡੋਲੀ 'ਚੋਂ ਲੁੱਟ ਕੇ ਲੈ ਗਏ। ਪਰ ਫਿਰ ਬਹੁਤ ਕਹਿਣ 'ਤੇ ਜਦੋਂ ਬੱਚੀ ਨਾ ਮੰਨੀ ਤਾਂ ਫਿਰ ਹਰੀ ਸਿੰਘ ਨਲੂਆ ਜੀ ਨੇ ਉਹਨਾਂ ਦੇ ਸਿਰ 'ਤੇ ਹੱਥ ਰੱਖਿਆ ਤੇ ਉਹਨਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਣ ਨੂੰ ਕਿਹਾ। ਫਿਰ ਅੰਮ੍ਰਿਤ ਛਕਣ ਤੋਂ ਬਾਅਦ ਉਹਨਾਂ ਦਾ ਨਾਮ ਬੀਬੀ ਸ਼ਰਨੀ ਤੋਂ ਬੀਬੀ ਹਰਸ਼ਰਨ ਕੌਰ ਜੀ ਪੈ ਗਿਆ। ਇਸ ਤੋਂ ਬਾਅਦ ਜਰਨੈਲ ਹਰੀ ਸਿੰਘ ਨਲੂਆ ਜੀ ਪੇਸ਼ਾਵਰ ਦੇ ਗਵਰਨਰ ਬਣ ਗਏ ਸਨ ਅਤੇ ਗਵਰਨਰ ਬਣਨ ਤੋਂ ਬਾਅਦ ਉਹਨਾਂ ਨੇ ਬਹੁਤ ਸਾਰੇ ਨਵੇਂ ਕਿਲ੍ਹਿਆਂ ਦਾ ਨਿਰਮਾਣ ਕਰਵਾਇਆ ਅਤੇ ਪੁਰਾਣਿਆਂ ਦੀ ਮੁਰੰਮਤ ਕਰਵਾਈ ਅਤੇ ਕਿਲ੍ਹਿਆਂ ਦਾ ਜਾਲ ਬਣਾ ਲਿਆ ਸੀ ਅਤੇ ਉਹਨਾਂ ਨੇ ਦਰਿਆਏ ਖੈਬਰ 'ਤੇ ਵੀ ਕਬਜ਼ਾ ਕਰ ਲਿਆ ਸੀ। ਇਤਿਹਾਸ ਗਵਾਹ ਆ ਕਿ ਭਾਰਤ 'ਤੇ ਅਜੇ ਤੱਕ ਜਿੰਨੇ ਵੀ ਹਮਲੇ ਹੋਏ ਹਨ ਉਹ ਸਾਰੇ ਦਰਿਆਏ ਖੈਬਰ ਦੇ ਰਸਤੇ ਹੋਏ ਹਨ ਅਤੇ ਅਜੇ ਤੱਕ ਦੁਨੀਆ ਦੇ ਮਹਾਨ ਯੋਧੇ ਜਿੰਨੇ ਵੀ ਹੋਏ ਹਨ, ਇਤਿਹਾਸ ਗਵਾਹ ਹੈ ਕੋਈ ਵੀ ਦਰਿਆਏ ਖੈਬਰ ਨੂੰ ਜਿੱਤ ਨਹੀਂ ਸਕਿਆ ਅਤੇ ਹਾਰ ਕੇ ਹੀ ਵਾਪਸ ਗਏ ਨੇ। ਪਰ ਜਰਨੈਲ ਹਰੀ ਸਿੰਘ ਨਲੂਆ ਜੀ ਇੱਕ ਅਜਿਹੇ ਯੋਧੇ ਸਨ ਜਿਨ੍ਹਾਂ ਨੇ ਦਰਿਆਏ ਖੈਬਰ 'ਤੇ ਕਬਜ਼ਾ ਕੀਤਾ ਅਤੇ ਜਿਸ ਕਰਕੇ ਪਠਾਨ ਉਹਨਾਂ ਤੋਂ ਬਹੁਤ ਹੀ ਜ਼ਿਆਦਾ ਖੌਫ ਖਾਂਦੇ ਸਨ ਅਤੇ ਉਹਨਾਂ ਦਾ ਨਾਂ ਸੁਣ ਕੇ ਹੀ ਉਹਨਾਂ ਦੀ ਰੂਹ ਕੰਬਦੀ ਸੀ। ਹੁਣ ਆਪਾਂ ਤੁਹਾਡੇ ਨਾਲ ਉਹ ਕਿੱਸਾ ਸਾਂਝਾ ਕਰਾਂਗੇ ਜਦੋਂ ਇੱਕ ਪਠਾਨੀ ਔਰਤ ਨੇ ਹਰੀ ਸਿੰਘ ਨਲੂਆ ਜੀ ਨੂੰ ਕਿਹਾ ਕਿ ਮੈਨੂੰ ਆਪਣੀ ਕੁੱਖੋਂ ਜਰਨੈਲਾ ਤੇਰੇ ਵਰਗਾ ਪੁੱਤਰ ਚਾਹੀਦਾ ਹੈ। ਇਹ ਗੱਲ ਉਸ ਸਮੇਂ ਦੀ ਹੈ ਜਦੋਂ ਹਰੀ ਸਿੰਘ ਨਲੂਆ ਜੀ ਨੇ ਦਰਿਆਏ ਖੈਬਰ 'ਤੇ ਕਬਜ਼ਾ ਕਰ ਲਿਆ ਅਤੇ ਜਦੋਂ ਇਸ ਗੱਲ ਦਾ ਪਠਾਨ ਨਾਸਰ ਖਾਂ ਨੂੰ ਲੱਗਿਆ, ਉਸਨੇ ਆਪਣੇ ਪੁੱਤਰ ਨੂੰ ਕਿਹਾ ਕਿ ਸਾਨੂੰ ਇੱਥੋਂ ਜਾਣਾ ਪੈਣਾ ਹੈ। ਹਰੀ ਸਿੰਘ ਨਲੂਏ ਨੇ ਆਏ ਖੈਬਰ 'ਤੇ ਕਬਜ਼ਾ ਕਰ ਲਿਆ ਹੈ ਅਤੇ ਹੁਣ ਸਾਡੇ 'ਤੇ ਵੀ ਹਮਲਾ ਕਰ ਸਕਦਾ ਹੈ। ਪਰ ਨਾਸਰ ਖਾਂ ਦਾ ਪੁੱਤਰ ਆਪਣੀ ਮੰਗੇਤਰ ਬਾਨੋ ਦੇ ਘਰੇ ਗਿਆ ਅਤੇ ਉਸਨੇ ਬਾਨੋ ਨੂੰ ਕਿਹਾ ਕਿ ਆਪਣਾ ਸਮਾਨ ਚੁੱਕ ਲੈ, ਸਾਨੂੰ ਇਹ ਇਲਾਕਾ ਛੱਡ ਕੇ ਜਾਣਾ ਪੈਣਾ ਹੈ ਕਿਉਂਕਿ ਹਰੀ ਸਿੰਘ ਨਲੂਆ ਆ ਗਿਆ ਹੈ। ਬਾਨੋ ਇਹ ਦੇਖ ਕੇ ਬਹੁਤ ਹੈਰਾਨ ਹੋਈ ਅਤੇ ਉਸਨੇ ਪੁੱਛਿਆ, ਕੌਣ ਹੈ ਨਲੂਆ ਜਿਸ ਤੋਂ ਤੁਸੀਂ ਇੰਨਾ ਖੌਫ ਖਾਂਦੇ ਹੋ? ਉਸ ਨੂੰ ਮੋਹਰੇ ਜਵਾਬ ਦਿੱਤਾ ਕਿ ਮੇਰੇ ਤੋਂ ਇਹਨਾਂ ਗੱਲਾਂ ਦਾ ਸਮਾਂ ਨਹੀਂ, ਤੂੰ ਮੇਰੇ ਨਾਲ ਚੱਲ, ਸਾਨੂੰ ਇਹ ਇਲਾਕਾ ਛੱਡਣਾ ਪੈਣਾ। ਤਾਂ ਬਾਨੋ ਨੇ ਕਿਹਾ ਕਿ ਤੂੰ ਤਾਂ ਮੈਨੂੰ ਕਿਹਾ ਸੀ ਕਿ ਮੈਂ ਬਹੁਤ ਜ਼ਿਆਦਾ ਬਹਾਦਰ ਹਾਂ, ਮੇਰੇ ਸਾਹਮਣੇ ਵੱਡੇ ਵੱਡੇ ਸੂਰਮੇ ਢੇਰ ਹੋ ਜਾਂਦੇ ਨੇ, ਪਰ ਤੂੰ ਤਾਂ ਸਿਰੇ ਦਾ ਡਰਪੋਕ ਨਿਕਲਿਆ। ਮੈਂ ਤਾਂ ਤੇਰੇ ਨਾਲ ਵਿਆਹ ਹੀ ਇਸ ਕਰਕੇ ਕਰਵਾਉਣਾ ਸੀ ਕਿਉਂਕਿ ਤੂੰ ਸਾਰੇ ਪਠਾਨਾਂ 'ਚੋਂ ਸਭ ਤੋਂ ਬਹਾਦਰ ਸੀ। ਤਾਂ ਫਿਰ ਬਾਨੋ ਨੇ ਕਿਹਾ, ਮੈਨੂੰ ਉਸ ਜਰਨੈਲ ਦਾ ਦੱਸ ਜਿਸ ਤੋਂ ਤੁਸੀਂ ਇੰਨਾ ਖੌਫ ਖਾਂਦੇ ਹੋ, ਕੌਣ ਹੈ ਇਹ ਜਰਨੈਲ? ਤਾਂ ਨਾਸਰ ਖਾਂ ਦੇ ਪੁੱਤਰ ਨੇ ਕਿਹਾ ਕਿ ਇਹ ਸਿੱਖਾਂ ਦਾ ਜਰਨੈਲ ਹੈ, ਉਸਨੇ ਦਰਿਆਏ ਖੈਬਰ 'ਤੇ ਵੀ ਕਬਜ਼ਾ ਕਰ ਲਿਆ ਹੈ। ਤਾਂ ਬਾਨੋ ਨੇ ਜਿੱਦ ਕੀਤੀ ਕਿ ਮੈਂ ਇਸ ਜਰਨੈਲ ਨੂੰ ਦੇਖਣਾ ਹੈ, ਪਰ ਨਾਸਰ ਖਾਂ ਦੇ ਪੁੱਤਰ ਨੇ ਕਿਹਾ ਕਿ ਉਹ ਸਾਡਾ ਦੁਸ਼ਮਣ ਹੈ, ਜੇ ਉਸਦੇ ਕੋਲ ਜਾਵੇਗੀ ਤਾਂ ਤੈਨੂੰ ਜਾਨ ਮਾਲ ਦਾ ਨੁਕਸਾਨ ਵੀ ਹੋ ਸਕਦਾ ਹੈ ਅਤੇ ਤੇਰੀ ਇੱਜ਼ਤ ਵੀ ਜਾ ਸਕਦੀ ਹੈ। ਪਰ ਬਾਨੋ ਇਸ ਜਿੱਦ 'ਤੇ ਅੜ ਗਈ, ਚਾਹੇ ਜਾਵੇ ਇੱਜ਼ਤ ਚਾਹੇ ਮੇਰੀ ਜਾਵੇ ਜਾਨ, ਪਰ ਮੈਂ ਉਸ ਜਰਨੈਲ ਨੂੰ ਦੇਖਣਾ ਹੈ ਜਿਸ ਤੋਂ ਤੁਸੀਂ ਖੌਫ ਖਾਂਦੇ ਹੋ। ਅਤੇ ਇਸ ਤੋਂ ਬਾਅਦ ਬਾਨੋ ਹਰੀ ਸਿੰਘ ਨਲੂਆ ਜੀ ਦੇ ਕੋਲ ਚਲੀ ਗਈ ਜਿੱਥੇ ਉਹ ਆਪਣੇ ਤੰਬੂ ਵਿੱਚ ਬੈਠੇ ਰਹਿਰਾਸ ਸਾਹਿਬ ਦਾ ਪਾਠ ਕਰ ਰਹੇ ਸਨ ਅਤੇ ਬਾਹਰ ਕਿਲ੍ਹੇ ਦਾ ਨਿਰਮਾਣ ਚੱਲ ਰਿਹਾ ਸੀ। ਜਦੋਂ ਹਰੀ ਸਿੰਘ ਨਲੂਆ ਜੀ ਨੇ ਆਪਣੀਆਂ ਅੱਖਾਂ ਖੋਲ੍ਹੀਆਂ ਤਾਂ ਬਾਨੋ ਉਹਨਾਂ ਦੇ ਸਾਹਮਣੇ ਖੜੀ ਸੀ ਅਤੇ ਹਰੀ ਸਿੰਘ ਨਲੂਆ ਜੀ ਨੇ ਪੁੱਛਿਆ, ਬੀਬੀ ਕੌਣ ਹੈ ਤੂੰ? ਤਾਂ ਬਾਨੋ ਨੇ ਕਿਹਾ, ਸਿੱਖਾਂ ਦਾ ਜਰਨੈਲਾ, ਮੈਂ ਪਠਾਨਾਂ ਦੀ ਧੀ ਹਾਂ। ਅਤੇ ਬਾਨੋ ਨੇ ਇੱਛਾ ਜ਼ਾਹਿਰ ਕੀਤੀ ਕਿ ਜਰਨੈਲਾ, ਮੈਨੂੰ ਆਪਣੀ ਕੁੱਖੋਂ ਤੇਰੇ ਵਰਗਾ ਪੁੱਤਰ ਚਾਹੀਦਾ ਹੈ। ਤਾਂ ਹਰੀ ਸਿੰਘ ਨਲੂਆ ਜੀ ਨੇ ਕਿਹਾ, ਤੂੰ ਆਪਣੇ ਅੱਲਾ ਅੱਗੇ ਅਰਦਾਸ ਕਰਿਆ ਕਰ ਕਿ ਤੇਰੀ ਕੁੱਖੋਂ ਪੁੱਤਰ ਇੱਕ ਚੰਗੇ ਅਸੂਲਾਂ ਦਾ ਹੀ ਪੈਦਾ ਹੋਵੇ। ਬਾਨੋ ਨੇ ਕਿਹਾ, ਜਰਨੈਲਾ ਤੂੰ ਸਮਝਿਆ ਨਹੀਂ,
ਮੈਨੂੰ ਆਪਣੀ ਕੁੱਖ ਤੋਂ ਤੇਰੇ ਜਿਹਾ ਪੁੱਤਰ, ਤੇਰਾ ਪੁੱਤਰ ਚਾਹੀਦਾ ਏ। ਹਰੀ ਸਿੰਘ ਨਲੂਆ ਜੀ ਇਹ ਸੁਣ ਕੇ ਬਹੁਤ ਹੀ ਗੁੱਸੇ ਵਿੱਚ ਆ ਗਏ ਅਤੇ ਉਹਨਾਂ ਨੇ ਕਿਹਾ ਕਿ ਤੂੰ ਇੱਕ ਸਿੱਖ ਨੂੰ ਪਰਖ ਰਹੀ ਏ, ਮੈਂ ਤਾਂ ਪਹਿਲਾਂ ਹੀ ਵਿਆਹਿਆ ਹੋਇਆ ਏ, ਤੇ ਮੇਰੇ ਲਈ ਇਹ ਤਾਂ ਸੋਚਣਾ ਵੀ ਬਹੁਤ ਵੱਡਾ ਪਾਪ ਹੈ। ਤੇ ਹਰੀ ਸਿੰਘ ਨਲੂਆ ਜੀ ਨੇ ਬਾਨੋ ਨੂੰ ਇੱਥੋਂ ਜਾਣ ਲਈ ਕਿਹਾ। ਬਾਨੋ ਜਾਣ ਲੱਗੀ ਤਾਂ ਉਸਦੀ ਅੱਖਾਂ ਵਿੱਚ ਅੱਥਰੂ ਸਨ। ਉਸਨੇ ਫਿਰ ਝੋਲੀ ਅੱਡ ਕੇ ਹਰੀ ਸਿੰਘ ਨਲੂਆ ਜੀ ਦੇ ਸਾਹਮਣੇ ਕਿਹਾ, ਸਿੱਖਾਂ ਦੇ ਜਰਨੈਲਾਂ, ਮੈਂ ਸੁਣਿਆ ਸੀ ਕਿ ਤੁਹਾਡੇ ਕੋਲੋਂ ਕਦੀ ਵੀ ਕੋਈ ਖਾਲੀ ਹੱਥ ਨਹੀਂ ਗਿਆ, ਪਠਾਨਾਂ ਦੀ ਧੀ ਤੁਹਾਡੇ ਕੋਲੋਂ ਖਾਲੀ ਹੱਥ ਜਾ ਰਹੀ ਹੈ ਅੱਜ। ਇਹ ਸਭ ਸੁਣ ਕੇ ਹਰੀ ਸਿੰਘ ਨਲੂਆ ਜੀ ਨੇ ਬਾਨੋ ਦੇ ਸਿਰ ਤੇ ਇੱਕ ਚਾਦਰ ਰੱਖੀ ਤੇ ਉਸਦੇ ਸਾਹਮਣੇ ਹੱਥ ਜੋੜ ਕੇ ਖੜ ਗਏ ਤੇ ਉਸ ਨੂੰ ਕਿਹਾ ਕਿ ਅੱਜ ਤੋਂ ਤੂੰ ਮੇਰੀ ਮਾਤਾ ਤੇ ਮੈਂ ਹਰੀ ਸਿੰਘ ਨਲੂਆ ਤੇਰਾ ਪੁੱਤਰ। ਹੁਣ ਆਪਾਂ ਗੱਲ ਕਰਾਂਗੇ ਜਮਰੌਦ ਦੀ ਲੜਾਈ ਬਾਰੇ, ਜੋ ਕਿ ਜਰਨੈਲ ਹਰੀ ਸਿੰਘ ਨਲੂਆ ਜੀ ਦੁਆਰਾ ਲੜੀ ਗਈ ਆਖਰੀ ਲੜਾਈ ਸੀ ਤੇ ਜਿਸ ਨੂੰ ਉਹ ਜਿੱਤਣ ਵਿੱਚ ਵੀ ਕਾਮਯਾਬ ਰਹੇ। ਇਹ ਗੱਲ ਉਸ ਸਮੇਂ ਦੀ ਹੈ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਪੋਤੇ ਕੁੰਵਰ ਨਵ ਨਿਹਾਲ ਸਿੰਘ ਜੀ ਦਾ ਵਿਆਹ ਸੀ ਤੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਆਦੇਸ਼ ਅਨੁਸਾਰ ਖਾਲਸੇ ਰਾਜ ਦੀ 75% ਫੌਜ ਨੂੰ ਵਿਆਹ ਵਿੱਚ ਸ਼ਾਮਲ ਹੋਣ ਦੇ ਹੁਕਮ ਸਨ। ਤੇ ਜਦੋਂ ਇਸ ਗੱਲ ਦੀ ਭਣਕ ਮੁਹੰਮਦ ਖਾਨ ਨੂੰ ਲੱਗੀ ਤਾਂ ਉਸਨੇ ਜਮਰੌਦ ਦੇ ਕਿਲੇ ਨੂੰ ਫਤਿਹ ਕਰਨ ਬਾਰੇ ਸੋਚਿਆ ਅਤੇ ਆਪਣੀ ਫੌਜ ਤਿਆਰ ਕੀਤੀ ਅਤੇ 50,000 ਦੀ ਗਿਣਤੀ ਵਿੱਚ ਵੱਡੀ ਫੌਜ ਲੈ ਕੇ ਜਮਰੂਦ ਦੇ ਕਿਲੇ ਨੂੰ ਹਮਲਾ ਕੀਤਾ। ਪਰ ਇਸ ਹਮਲੇ ਦੀ ਭਣਕ ਜਰਨੈਲ ਹਰੀ ਸਿੰਘ ਨਲੂਆ ਜੀ ਨੂੰ ਪਹਿਲਾਂ ਹੀ ਹੋ ਗਈ ਸੀ, ਇਸ ਕਰਕੇ ਉਹ ਵਿਆਹ ਵਿੱਚ ਸ਼ਾਮਲ ਹੋਣ ਲਈ ਨਹੀਂ ਮਿਲ ਸਕੇ। ਉਸ ਸਮੇਂ ਪਠਾਨਾਂ ਨੂੰ ਇਹ ਵਹਿਮ ਸੀ ਸਾਡੀ ਗਿਣਤੀ 50,000 ਕਿਸੇ ਉਹਦਾ ਕੀ ਵਿਗਾੜ ਲਿਆ। ਪਰ ਪਠਾਨ ਉਦੋਂ ਇਹ ਭੁੱਲ ਗਏ ਸੀ ਕਿ ਇਹ ਸਿੰਘ ਉਹਦੇ ਵੰਸ਼ਜ ਨੇ ਜਿਨ੍ਹਾਂ ਨੇ 1.25 ਲੱਖ ਨਾਲ ਇੱਕ ਲੜਾਇਆ ਸੀ ਅਤੇ ਖਾਲਸਾ ਫੌਜ ਨੇ ਪੂਰਾ ਡਟ ਕੇ ਇਹਨਾਂ ਦਾ ਮੁਕਾਬਲਾ ਕੀਤਾ। ਪਰ ਜਦੋਂ ਹੀ ਪਠਾਨਾਂ ਨੂੰ ਇਹ ਪਤਾ ਲੱਗਿਆ ਕਿ ਕੌਮ ਦਾ ਜਰਨੈਲ ਹਰੀ ਸਿੰਘ ਨਲੂਆ ਇੱਥੇ ਮੌਜੂਦ ਹੈ ਤਾਂ ਉਹਨਾਂ ਦੇ ਵਿੱਚ ਹਾਹਾਕਾਰ ਮਚ ਗਈ ਅਤੇ ਸਾਰੇ ਆਪਣੀ ਜਾਨ ਨੂੰ ਬਚਾ ਕੇ ਉੱਥੇ ਭੱਜਣ ਲੱਗੇ ਅਤੇ ਸ਼ਾਮ ਤੱਕ ਦੁਬਾਰਾ ਜਮਰੂਦ ਦੇ ਕਿਲੇ 'ਤੇ ਹਰੀ ਸਿੰਘ ਨਲੂਆ ਜੀ ਨੇ ਕਬਜ਼ਾ ਕਰ ਲਿਆ। ਪਰ ਇਸ ਲੜਾਈ ਵਿੱਚ ਉਹ ਬਹੁਤ ਹੀ ਜ਼ਿਆਦਾ ਜ਼ਖਮੀ ਹੋ ਗਏ ਸਨ ਅਤੇ ਉਹਨਾਂ ਨੂੰ ਪਤਾ ਲੱਗ ਗਿਆ ਸੀ ਹੁਣ ਉਹ ਨਹੀਂ ਬਚਣਗੇ। ਉਹਨਾਂ ਨੇ ਉੱਥੇ ਦੇ ਜਮਰੂਦ ਦੇ ਸੈਨਾਪਤੀ ਮਹਾਂ ਸਿੰਘ ਜੀ ਨੂੰ ਕਿਹਾ ਕਿ ਇਹ ਖਬਰ ਉਦੋਂ ਤੱਕ ਬਾਹਰ ਨਹੀਂ ਜਾਣੀ ਚਾਹੀਦੀ ਕਿ ਜਰਨੈਲ ਨਹੀਂ ਰਿਹਾ, ਨਹੀਂ ਤਾਂ ਇਹ ਭੱਜੇ ਹੋਏ ਪਠਾਨ ਫਿਰ ਵਾਪਸ ਆ ਜਾਣਗੇ। ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਕਿ ਕੌਮ ਦਾ ਜਰਨੈਲ ਨਹੀਂ ਰਿਹਾ ਅਤੇ ਉਸ ਤੋਂ ਬਾਅਦ 30 ਅਪ੍ਰੈਲ 1837 ਨੂੰ ਕੌਮ ਦਾ ਇਹ ਮਹਾਨ ਜਰਨੈਲ ਦੁਨੀਆ ਨੂੰ ਅਲਵਿਦਾ ਕਹਿ ਗਿਆ। ਪਰ ਇਸ ਗੱਲ ਦਾ ਪਤਾ ਉਸ ਕਿਲੇ ਵਿੱਚ ਮੌਜੂਦ ਪੂਰੀ ਸੈਨਾ ਨੂੰ ਵੀ ਨਹੀਂ ਸੀ। ਉਸ ਤੋਂ 7 ਦਿਨ ਬਾਅਦ ਜਦੋਂ ਬਾਕੀ ਦੀਆਂ ਫੌਜਾਂ ਉੱਥੇ ਕਿਲੇ ਵਿੱਚ ਆਈਆਂ ਤਾਂ ਇਹ ਖਬਰ ਸਾਰਿਆਂ ਨੂੰ ਦਿੱਤੀ ਗਈ ਕੌਮ ਦਾ ਇਹ ਮਹਾਨ ਜਰਨੈਲ ਦੁਨੀਆ ਵਿੱਚ ਨਹੀਂ ਰਿਹਾ। ਸੋ ਦੋਸਤੋ, ਇਹੋ ਜਿਹੇ ਸੂਰਮਿਆਂ ਕਰਕੇ ਹੀ ਸਿੱਖ ਕੌਮ ਨੂੰ ਦੁਨੀਆ ਦੀ ਸਭ ਤੋਂ ਬਹਾਦਰ ਕੌਮ ਮੰਨਿਆ ਜਾਂਦਾ ਹੈ, ਕਿਉਂਕਿ ਬਹਾਦਰ ਹੋਣ ਦੇ ਨਾਲ ਨਾਲ ਇਹ ਬਹੁਤ ਦਿਆਲੂ ਵੀ ਸਨ ਤੇ ਸਾਰੇ ਧਰਮਾਂ ਦੀ ਇੱਜ਼ਤ ਕਰਦੇ ਸਨ। ਇਹਨਾਂ ਨੇ ਜਿਹੜਿਆਂ ਵੀ ਰਾਜਾਂ 'ਤੇ ਰਾਜ ਕੀਤਾ ਉੱਥੇ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਕੀਤੀ ਤੇ ਉਹ ਅਫਗਾਨੀ ਪਠਾਨ ਇਹਨਾਂ ਨੂੰ ਥਰ-ਥਰ ਕੰਬਦੇ ਸੀ, ਜਿਹੜੇ ਕਿ ਅੱਜ ਦੇ ਸਮੇਂ ਵਿੱਚ ਅਮਰੀਕਾ ਤੇ ਰੂਸ ਵਰਗੇ ਦੇਸ਼ਾਂ ਤੋਂ ਵੀ ਨਹੀਂ ਕਾਬੂ ਆ ਰਹੇ। ਤਾਂ ਤੁਸੀਂ ਸੋਚ ਹੀ ਸਕਦੇ ਹੋ ਕਿ ਕਿਹੋ ਜਿਹੇ ਹੋਣਗੇ ਸਾਡੇ ਬਹਾਦਰ ਜਰਨੈਲ। ਹੋਪ ਤੁਹਾਨੂੰ ਵੀਡੀਓ ਜ਼ਰੂਰ ਪਸੰਦ ਆਈ ਹੋਵੇਗੀ। ਇਸ ਦੇ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ।